Hello everyone, I hope you all are doing fine. Welcome to the session. Today we are going to start with chapter 8, 5th class book, My World, and the name of the chapter is Journey of Seed. Beej di zindagi bare gal karange. Sugarcane was being planted in the fields. Kheta vich ganna laya ja raha si. My mother prepared meal for the farm workers. ਤੇ ਮੇਰੇ ਮਾਤਾ ਜੀ ਨੇ ਖੇਤ ਵਿੱਚ ਲੱਗੇ ਮਜ਼ਦੂਰਾਂ ਲਈ ਖਾਣਾ ਤਿਆਰ ਕੀਤਾ. My nephew Sukhman and I took meal to the fields. ਮੈਂ ਤੇ ਮੇਰਾ ਭਤੀਜਾ ਸੁਖਮਨ ਖੇਤਾਂ ਵਿੱਚ ਖਾਣਾ ਲੈ ਗਏ. Black chana, ਜਿਹਨੂੰ ਆਪਾਂ ਕਹੀਦਾ ਗ੍ਰਾਮ, cooked was very tasty. ਤੇ ਜਿਹੜੇ ਕਾਲੇ ਚਨੇ ਸੀ ਉਹ ਪਕਾਏ ਹੋਏ ਸੀ ਤੇ ਬਹੁਤ ਸਵਾਦ ਸਨ. Everyone ate up to his fill and relaxed for a while. ਸਾਰਿਆਂ ਨੇ ਰੱਜ ਕੇ ਖਾਣਾ ਖਾਧਾ ਤੇ ਕੁਝ ਦੇਰ ਉਸ ਤੋਂ ਬਾਅਦ ਆਰਾਮ ਕੀਤਾ. After some time, my elder brother, Sukhman's father, prepared tea. ਤੇ ਕੁਝ ਸਮੇਂ ਬਾਅਦ ਮੇਰੇ ਵੱਡੇ ਭਰਾ ਸੁਖਮਨ ਦੇ ਜਿਹੜੇ ਪਿਤਾ ਜੀ ਸੀ ਉਹਨਾਂ ਨੇ ਚਾਹ ਤਿਆਰ ਕੀਤੀ ਸਭ ਲਈ. We all took tea and started the plantation again. ਅਸੀਂ ਸਾਰਿਆਂ ਨੇ ਚਾਹ ਪੀ ਲਈ ਅਤੇ ਦੁਬਾਰਾ ਬੂਟੇ ਲਾਣੇ ਸ਼ੁਰੂ ਕਰ ਦਿੱਤੇ. Small pieces of sugarcane were being planted in the field. ਖੇਤਾਂ ਵਿੱਚ ਗੰਨੇ ਦੇ ਛੋਟੇ-ਛੋਟੇ ਜਿਹੜੇ ਹਿੱਸੇ ਸਨ, ਬੂਟੇ ਸਨ, ਉਹ ਲਗਾਏ ਜਾ ਰਹੇ ਸਨ. Elder brother was sowing gram seeds in the spaces between the sugarcane plants. ਤੇ ਖੇਤਾਂ ਵਿੱਚ ਗੰਨੇ ਦੇ ਜਿੱਥੇ ਆਪਾਂ ਛੋਟੇ-ਛੋਟੇ ਟੁਕੜੇ ਲਾ ਰਹੇ ਸਨ, ਉੱਥੇ ਮੇਰੇ ਵੱਡੇ ਭਰਾ ਗੰਨੇ ਦੇ ਬੂਟਿਆਂ ਵਿਚਕਾਰ ਜਿਹੜੀ ਖਾਲੀ ਥਾਂ ਹੁੰਦੀ ਹੈ, ਉੱਥੇ ਛੋਲੀਆਂ ਦੀ ਬਿਜਾਈ ਵੀ ਕਰ ਰਹੇ ਸਨ. Sukhman was surprised to see this. ਸੁਖਮਨ ਇਹ ਦੇਖ ਕੇ ਹੈਰਾਨ ਹੋ ਰਿਹਾ ਸੀ. Papa, grams are for eating. Why are you sowing the grams in the soil? ਤੇ ਸੁਖਮਨ ਨੇ ਪੁੱਛਿਆ ਵੀ ਇਹ ਛੋਲੇ ਜਿਹੜੇ ਹੁੰਦੇ ਨੇ ਇਹ ਤਾਂ ਖਾਣ ਲਈ ਹੁੰਦੇ ਨੇ, ਤੁਸੀਂ ਛੋਲਿਆਂ ਨੂੰ ਮਿੱਟੀ ਵਿੱਚ ਕਿਉਂ ਬੀਜ ਰਹੇ ਹੋ? My son, grams can be used as seed for new crop and food as well. ਤੇ ਜਵਾਬ ਵਿੱਚ ਉਹਨੂੰ ਇਹ ਦੱਸਿਆ ਗਿਆ ਵੀ ਮੇਰੇ ਪੁੱਤਰ ਛੋਲਿਆਂ ਨੂੰ ਨਵੀਂ ਫਸਲ ਵਜੋਂ ਵੀ ਬੀਜਿਆ ਜਾ ਸਕਦਾ ਹੈ ਤੇ ਉਹਨੂੰ ਇੰਜ ਵੀ ਵਰਤਿਆ ਜਾ ਸਕਦਾ ਹੈ ਖਾਣ ਦੇ ਲਈ. Sukhman asked, holding my hand, Can we eat other seeds too? ਤੇ ਸੁਖਮਨ ਨੇ ਮੇਰਾ ਹੱਥ ਫੜ ਕੇ ਪੁੱਛਿਆ ਕਿ ਅਸੀਂ ਹੋਰ ਬੀਜ ਵੀ ਹੈਗੇ ਨੇ ਜਿਹੜੇ ਖਾ ਸਕਦੇ ਹਾਂ? Yes, my son. There are many. You can see some seeds in our kitchen like jeera, cumin seeds. Some seeds are used to get flour like wheat. ਤੇ ਮੈਂ ਉਸਨੂੰ ਜਵਾਬ ਦਿੱਤਾ, ਹਾਂ ਪੁੱਤਰ, ਬਹੁਤ ਸਾਰੇ ਬੀਜ ਹਨ. ਤੁਸੀਂ ਸਾਡੀ ਰਸੋਈ ਵਿੱਚ ਹੀ ਦੇਖ ਸਕਦੇ ਹੋ, ਜਿਵੇਂ ਜੀਰਾ ਹੋ ਗਿਆ, ਇਹ ਵੀ ਬੀਜ ਹੀ ਹੈਗਾ. Some seeds are used to get flour like wheat. ਤੇ ਕੁਝ ਬੀਜ ਕਣਕ ਵਾਂਗ ਆਟਾ ਲੈਣ ਦੇ ਲਈ ਵੀ ਵਰਤੇ ਜਾਂਦੇ ਨੇ. ਫਲਾਰ ਦਾ ਮਤਲਬ ਹੁੰਦਾ ਹੈ ਫਲਾਵਰ, ਇਹਨੂੰ ਕਹੀਦਾ ਹੈ ਆਟਾ. Mustard oil is extracted from mustard seeds. ਤੇ ਸਰੋਂ ਦੇ ਬੀਜਾਂ ਤੋਂ ਸਰੋਂ ਦਾ ਤੇਲ ਵੀ ਕੱਢਿਆ ਜਾਂਦਾ ਹੈ. First question. With the help of your family members, complete the following list. ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ ਹੇਠ ਦਿੱਤੀ ਸੂਚੀ ਨੂੰ ਪੂਰਾ ਕਰੋ. Seeds used as spices ਜਾਂ ਫਿਰ ਮਸਾਲਾ. ਅਜਿਹੇ ਕਿਹੜੇ ਬੀਜ ਹੈਗੇ ਨੇ ਜੋ ਆਪਾਂ ਮਸਾਲੇ ਦੇ ਤੌਰ ਤੇ ਵਰਤਦੇ ਹਾਂ? ਜਿਵੇਂ ਪਹਿਲਾ ਹੈਗਾ ਜੀਰਾ, ਕੋਰੀਐਂਡਰ ਜਿਹਨੂੰ ਆਪਾਂ ਧਨੀਆ ਵੀ ਕਹੀਦਾ ਹੈ, cumin seeds, ਜੀਰਾ, ਐਨਾਈ ਸੀਡਸ ਜਾਂ ਫਿਰ ਉਹਨੂੰ ਆਪਾਂ ਕਹੀਦਾ ਹੈ ਐਨਿਸ, ਜਿਹਦਾ ਮਤਲਬ ਹੁੰਦਾ ਹੈ ਸੌਂਫ. ਦੂਜਾ ਸੀਡਸ ਯੂਜ਼ਡ ਟੂ ਪ੍ਰਿਪੇਅਰ ਫਲਾਰ, ਜਿਹਦੇ ਨਾਲ ਆਪਾਂ ਫਲਾਰ ਪ੍ਰਿਪੇਅਰ ਕਰਦੇ ਹਾਂ ਜਾਂ ਫਿਰ ਜਿਹਦੀ ਵਰਤੋਂ ਆਪਾਂ ਆਟਾ ਤਿਆਰ ਕਰਨ ਦੇ ਲਈ ਕਰਦੇ ਹਾਂ. ਪਹਿਲਾ ਵੀਟ, ਕਣਕ, ਹੋਰ ਹੋ ਜੂਗਾ ਬਾਜਰਾ ਔਰ ਮਿਲਟਸ, ਬਾਜਰੇ ਦੇ ਇਸਤੇਮਾਲ ਵੀ ਕੀਤਾ ਜਾਂਦਾ ਹੈ ਆਟਾ ਬਣਾਉਣ ਲਈ. ਮੇਜ਼, ਮੱਕੀ ਜਾਂ ਫਿਰ ਓਟਸ ਦਾ ਇਸਤੇਮਾਲ. Seeds used to extract oil, ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ. ਮਸਟਰਡ, ਜਿਹਨੂੰ ਆਪਾਂ ਰਾਈ ਵੀ ਕਹੀਦਾ ਹੈ, ਗਰਾਊਂਡਨਟ, ਸਨਫਲਾਵਰ, ਸੂਰਜਮੁਖੀ
या फिर कॉटन सीड्स, कपा दे बीज। अंकल, I like flowers. Will you get me seeds of rose and marigold? Sukhman asked me. ਅੰਕਲ, ਮੈਨੂੰ ਫੁੱਲ ਪਸੰਦ ਨੇ। ਕੀ ਤੁਸੀਂ ਮੈਨੂੰ ਗੁਲਾਬ ਅਤੇ ਮੈਰੀਗੋਲਡ ਦੇ ਬੀਜ ਦੇ ਦਿਓਗੇ? ਸੁਖਮਨ ਨੇ ਮੈਨੂੰ ਪੁੱਛਿਆ। Definitely, my son. Seeds of marigold can be collected, but rose can be grown by grafting. ਯਕੀਨਨ ਮੇਰੇ ਪੁੱਤਰ, ਮੈਰੀਗੋਲਡ ਦੇ ਤਾਂ ਬੀਜ ਇਕੱਠੇ ਕੀਤੇ ਜਾ ਸਕਦੇ ਨੇ, ਪਰ ਗੁਲਾਬ ਉਹ ਗ੍ਰਾਫਟਿੰਗ ਰਾਹੀਂ ਉਗਾਇਆ ਜਾਂਦਾ ਹੈ। ਗ੍ਰਾਫਟਿੰਗ ਕੀ ਹੁੰਦਾ ਹੈ? ਕਿਸੇ ਵੀ ਪਲਾਂਟ ਜਾਂ ਕਿਸੇ ਵੀ ਪੌਦੇ ਦਾ ਇੱਕ ਹਿੱਸਾ ਕੱਟ ਕੇ ਤੁਸੀਂ ਜਦ ਉਹਨੂੰ ਉਗਾ ਦਿੰਦੇ ਹੋ, ਉਹਨੂੰ ਆਪਾਂ ਕਹੀਦਾ ਗ੍ਰਾਫਟਿੰਗ। ਇਹਦੇ ਬਾਰੇ ਹੋਰ ਆਪਾਂ ਪੜਾਂਗੇ ਅੱਗੇ। ਆ ਦੇਖੋ, ਇੱਥੇ ਹੋ ਰਹੀ ਹੈ ਰੋਜ਼ ਦੀ ਗ੍ਰਾਫਟਿੰਗ ਤੇ ਇੱਥੇ ਇੱਕ ਹੋਰ ਪੌਦਾ ਹੈ ਜਿਹਨੂੰ ਆਪਾਂ ਕਹੀਦਾ ਹੈ ਪੱਥਰ ਚੱਟ। ਅੰਕਲ, what is grafting? ਅੰਕਲ, ਗ੍ਰਾਫਟਿੰਗ ਕੀ ਹੁੰਦਾ ਹੈ? ਸੁਖਮਨ ਨੇ ਪੁੱਛਿਆ। A twig is cut from the rose plant and is sown in the soil, and after a few days the leaves appear over the stem ਜਾਂ ਫਿਰ twig। ਗੁਲਾਬ ਦੇ ਬੂਟੇ ਤੋਂ ਇੱਕ ਟਹਿਣੀ ਕੱਟੀ ਜਾਂਦੀ ਹੈ ਅਤੇ ਉਸ ਨੂੰ ਬੀਜ ਦਿੱਤਾ ਜਾਂਦਾ ਹੈ। ਸੋ ਕਰ ਦਿੱਤਾ ਜਾਂਦਾ ਤਾਂ ਭਾਵ ਹੈ ਬੀਜ ਦਿੱਤਾ ਜਾਂਦਾ ਹੈ ਤੇ ਕੁਝ ਦਿਨ ਬਾਅਦ ਉਸ ਉੱਤੇ ਪੱਤੇ ਆ ਜਾਂਦੇ ਹਨ, ਉਹ ਦਿਖਾਈ ਦਿੰਦੇ ਨੇ ਉਸ ਟਹਿਣੀ ਦੇ ਉੱਤੇ। ਇੱਥੇ ਇੱਕ ਹੋਰ ਗੱਲ ਦੱਸੀ ਹੋਈ ਹੈ, ਡੂ ਯੂ ਨੋ, ਕੀ ਤੁਹਾਨੂੰ ਪਤਾ ਹੈ ਕਿ ਪਰਤਾ ਚੱਟ ਜਾਂ ਜਿਹਨੂੰ ਆਪਾਂ ਕਹੀਦਾ ਹੈ ਬ੍ਰਾਇਓਫਾਈਲਮ is a plant in which new plants grow from the leaves of the same plant। ਇਹ ਜਿਹੜਾ ਪੌਦਾ ਹੈ ਇੱਕ ਅਜਿਹਾ ਪੌਦਾ ਹੈ ਜਿਸ ਵਿੱਚ ਉਸਦੇ ਪੱਤਿਆਂ ਤੋਂ ਨਵੇਂ ਪੌਦੇ ਉਗਦੇ ਨੇ। Some plants are planted from roots like ਸ਼ੱਕਰਕੰਡੀ which is sweet potato, ਤੇ ਕੁਝ ਪੌਦੇ ਜੜਾਂ ਤੋਂ ਲਗਾਏ ਜਾਂਦੇ ਹਨ ਜਿਵੇਂ ਕਿ ਸ਼ੱਕਰਕੰਡੀ ਹੋ ਗਿਆ ਹੈ। ਅੱਗੇ ਗੱਲ ਕਰਦੇ ਹਾਂ, ਐਕਟੀਵਿਟੀ ਦਿੱਤੀ ਗਈ ਹੈ। ਇੱਥੇ ਕਿਹਾ ਗਿਆ ਹੈ, let us learn the process of growing plants from seeds। ਆਓ ਬੀਜਾਂ ਤੋਂ ਪੌਦੇ ਉਗਾਉਣ ਦੇ ਤਰੀਕੇ ਸਿੱਖੀਏ। ਪਹਿਲਾ ਕੀ ਹੈ? take some wheat seeds, ਕੁਝ ਕਣਕ ਦੇ ਬੀਜ ਲਓ। second, take some fertile soil from the field, ਕੁਝ ਉਪਜਾਊ ਜਿਹੜੀ ਸੋਇਲ ਹੈਗੀ ਹੈ ਜਾਂ ਆਪਾਂ ਕਹਿ ਸਕਦੇ ਹਾਂ ਮਿੱਟੀ ਹੈ ਉਹ ਲਓ ਖੇਤਾਂ ਤੋਂ। ਥਰਡ, ਟੇਕ ਅ ਕੱਪ ਆਫ ਵਾਟਰ, ਇੱਕ ਕੱਪ ਦੇ ਵਿੱਚ ਪਾਣੀ ਪਾਓ। ਫੋਰਥ, ਟੇਕ ਐਟਲੀਸਟ 4 pots, glasses or beakers, ਘੱਟੋ ਘੱਟ 4 ਬਰਤਨ ਅਜਿਹੇ ਗਮਲੇ ਜਾਂ ਫਿਰ ਬਰਤਨ ਲਓ। ਫਿਫਥ, name every beaker or pot or glass as A, B, C, D, ਤੇ ਹਰ ਜਿਹੜਾ ਤੁਹਾਡਾ ਬੀਕਰ ਹੈਗਾ ਜਾਂ ਗਮਲਾ ਹੈਗਾ ਜਾਂ ਗਲਾਸ ਹੈਗਾ ਉਹਨੂੰ ਨਾਮ ਦੇ ਦਿਓ, ਜੋ ਵੀ ਤੁਸੀਂ ਲਿਆ। ਇੱਕ ਨੂੰ A, ਇੱਕ ਨੂੰ B, ਦੂਜੇ ਨੂੰ C ਤੇ D। in pot A, ਪਹਿਲਾ ਜਿਹੜਾ pot ਹੈ, put some wheat seeds and keep it in sunlight। ਪਹਿਲੇ ਕੜੇ ਦੇ ਵਿੱਚ A ਦੇ ਵਿੱਚ ਕਣਕ ਦੇ ਬੀਜ ਪਾਓ ਅਤੇ ਉਸਨੂੰ ਧੁੱਪ ਵਿੱਚ ਰੱਖ ਦਿਓ। in pot B, put some fertile soil, add a few seeds and keep in sunlight। ਦੂਜੇ ਦੇ ਵਿੱਚ, ਦੂਜੇ ਕੜੇ ਦੇ ਵਿੱਚ B ਦੇ ਵਿੱਚ ਕੁਝ ਉਪਜਾਊ ਮਿੱਟੀ ਪਾਓ, ਕੁਝ ਬੀਜ ਪਾਓ ਅਤੇ ਉਹਨੂੰ ਸੂਰਜ ਦੀ ਰੋਸ਼ਨੀ ਵਿੱਚ ਰੱਖ ਦਿਓ। in pot C, put some fertile soil, sow a few seeds, put some water and keep in dark room or almirah। C ਕੜੇ ਦੇ ਵਿੱਚ ਜਾਂ ਤੀਜੇ ਕੜੇ ਦੇ ਵਿੱਚ ਉਪਜਾਊ ਮਿੱਟੀ ਪਾਓ, ਕੁਝ ਬੀਜ ਪਾਓ, ਕੁਝ ਪਾਣੀ ਪਾਓ, ਬਟ ਉਹਨੂੰ ਧੁੱਪ ਵਿੱਚ ਨਹੀਂ ਰੱਖਣਾ, ਹਨੇਰੇ ਕਮਰੇ ਜਾਂ ਫਿਰ ਅਲਮਾਰੀ ਵਿੱਚ ਰੱਖ ਦਿਓ। 9th, in pot D, put some fertile soil, sow a few seeds and water it, then keep it in sunlight। ਜਿਹੜਾ ਚੌਥਾ ਕੜਾ ਹੈ ਉਸ ਵਿੱਚ ਤੁਸੀਂ ਉਪਜਾਊ ਮਿੱਟੀ ਪਾਓ, ਕੁਝ ਬੀਜ ਪਾਓ, ਫਿਰ ਉਸਨੂੰ ਪਾਣੀ ਪਾਓ ਤੇ ਫਿਰ ਉਸ ਗਮਲੇ ਨੂੰ ਤੁਸੀਂ ਧੁੱਪ ਦੇ ਵਿੱਚ ਰੱਖ ਦਿਓ। ਹੁਣ ਇੱਥੇ ਪੁੱਛਿਆ, watch after few days in which pot the seeds germinate। ਕੁਝ ਦਿਨਾਂ ਬਾਅਦ ਤੁਸੀਂ ਦੇਖ ਕੇ ਦੱਸਣਾ ਹੈ ਕਿਸ ਕੜੇ ਦੇ ਵਿੱਚ ਬੀਜ
ਉਗਨੇ ਸ਼ੁਰੂ ਹੋ ਜਾਂਦੇ ਨੇ। A ਦੇ ਵਿੱਚ, B ਦੇ ਵਿੱਚ, C ਜਾਂ D ਘੜੇ ਦੇ ਵਿੱਚ। Seeds will germinate in pot D। ਜਰਮੀਨੇਟ ਦਾ ਮਤਲਬ ਉਗਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਡੀ ਪੌਟ ਦੇ ਵਿੱਚ ਆਪਾਂ ਸਭ ਕੁਝ ਪਾਇਆ, ਉਪਜਾਊ ਮਿੱਟੀ, ਬੀਜ, ਪਾਣੀ ਤੇ ਸੂਰਜ ਦੀ ਕਿਰਨਾਂ ਵੀ ਲੱਗਣ ਦਿੱਤੀਆਂ ਹੋਣ। Why did the seeds not germinate in other pots? ਤੇ ਬਾਕੀ ਜਿਹੜੇ ਗਮਲੇ ਸੀ ਉਹਨਾਂ ਵਿੱਚ ਬੀਜ ਕਿਉਂ ਨਹੀਂ ਉੱਗੇ? Do you know? ਕੀ ਤੁਹਾਨੂੰ ਪਤਾ ਹੈ? Air, water and sunlight are required for the healthy germination of seeds। ਬੀਜ ਨੂੰ ਉਗਾਉਣ ਦੇ ਲਈ ਇੱਕ ਜਾਂ ਦੋ ਚੀਜ਼ ਨਹੀਂ, ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ ਨੇ। ਕਿਹੜੀਆਂ-ਕਿਹੜੀਆਂ ਚੀਜ਼ਾਂ? ਹਵਾ, ਪਾਣੀ ਤੇ ਸੂਰਜ ਦੀਆਂ ਕਿਰਨਾਂ। ਆਪਾਂ ਕਹਿ ਸਕਦੇ ਹਾਂ ਬੀਜਾਂ ਦੀ ਸਿਹਤਮੰਦ ਤਰੀਕੇ ਦੇ ਨਾਲ ਉਹਨਾਂ ਦਾ ਪਾਲਣ ਪੋਸ਼ਣ ਹੋਣਾ ਜਾਂ ਉਹਨਾਂ ਨੂੰ ਉਗਣ ਦੇ ਲਈ ਹਵਾ, ਪਾਣੀ ਤੇ ਸੂਰਜ ਦੀ ਰੋਸ਼ਨੀ ਦੀ ਲੋੜ ਹੁੰਦੀ ਹੈ। ਇੱਥੇ ਇੱਕ ਹੋਰ ਐਕਟੀਵਿਟੀ ਦਿੱਤੀ ਹੋਈ ਹੈ। You can plant any seed at your home following the procedure given for pot D। ਤੁਸੀਂ ਜਿਹੜਾ ਆਪਾਂ ਤਰੀਕਾ ਘੜੇ D ਦੇ ਵਿੱਚ ਵਰਤਿਆ ਹੈ ਉਸ ਅਨੁਸਾਰ ਆਪਣੇ ਘਰ ਵਿੱਚ ਕੋਈ ਵੀ ਬੀਜ ਲਗਾ ਸਕਦੇ ਹੋ। And fill up the performa given below। ਤੇ ਹੇਠਾਂ ਦਿੱਤਾ ਜਿਹੜੇ ਪ੍ਰਸ਼ਨ ਹੈਗੇ ਨੇ ਉਹਨਾਂ ਦੇ ਉੱਤਰ ਵੀ ਲਿਖ ਸਕਦੇ ਹੋ। ਇੱਥੇ ਲਿਖਿਆ ਹੈ name of seeds, ਬੀਜਾਂ ਦੇ ਨਾਂ, date of sowing, ਕਿਸ ਤਰੀਕ ਨੂੰ ਤੁਸੀਂ ਬੋਏ ਸੀ, date of germination, ਉਗਣ ਦੀ ਮਿਤੀ, height of plant after 7 days of germination, 7 ਦਿਨਾਂ ਬਾਅਦ ਉਗਣ ਦੇ ਉਹਨਾਂ ਦੀ ਕਿੰਨੀ ਹਾਈਟ ਸੀ ਜਾਂ ਉਚਾਈ ਸੀ, height of plant after 15 days of germination, ਤੇ ਪੌਦਾ ਕਿੰਨਾ ਕੁ ਵੱਡਾ ਹੋ ਗਿਆ ਸੀ 15 ਦਿਨ ਤੋਂ ਬਾਅਦ। ਇੱਥੇ ਮੈਂ ਬਹੁਤ ਸਾਰੇ ਸੀਡਸ ਦੇ ਨਾਮ ਲਿਖਤੇ, ਜਿਵੇਂ ਫਲੈਕਸ ਸੀਡਸ, ਚੀਆ ਸੀਡਸ, ਪੰਪਕਿਨ ਸੀਡਸ, ਸਨਫਲਾਵਰ ਸੀਡਸ, ਹੈਂਪ ਸੀਡਸ, ਸੈਸਮੇ ਸੀਡਸ, ਆਲਮੰਡਸ, ਵਾਲਨਟਸ, ਵਾਟਰਮੈਲਨ, ਅਲਸੀ, ਪੀਸ, ਤਿਲ। ਤੇ ਤੁਸੀਂ ਡੇਟ ਆਫ ਸੋਇੰਗ ਤੋਂ ਲਗਭਗ 10 ਦਿਨ ਬਾਅਦ ਦੀ ਡੇਟ ਪਾ ਸਕਦੇ ਹੋ ਜਦੋਂ ਜਰਮੀਨੇਟ ਹੁੰਦੇ ਨੇ, 7 ਜਾਂ 10 ਦਿਨ ਬਾਅਦ ਦੀ ਡੇਟ। ਹਾਈਟ 7 ਦਿਨ ਬਾਅਦ ਜਰਮੀਨੇਟ ਹੋਣ ਤੋਂ ਤੁਸੀਂ 1 to 2 ਸੈਂਟੀਮੀਟਰ ਲਿਖ ਸਕਦੇ ਹੋ, ਤੇ ਹਾਈਟ ਆਫਟਰ 15 ਡੇਜ਼ 3 to 4 ਸੈਂਟੀਮੀਟਰ ਹੋ ਸਕਦੀ ਹੈ। ਠੀਕ ਹੈ, ਇਹਨਾਂ ਗੱਲਾਂ ਦਾ ਹੁਣ ਤੁਸੀਂ ਧਿਆਨ ਰੱਖਿਓ। ਹੁਣ ਆਪਾਂ ਅੱਗੇ ਵਧਦੇ ਹਾਂ। Sukhman and I took empty lunch boxes and started back towards home। Sukhman ਤੇ ਮੈਂ ਖਾਲੀ ਡੱਬੇ ਲੈ ਕੇ ਵਾਪਸ ਘਰ ਵੱਲ ਤੁਰ ਪਏ। While passing by a nearby building, Sukhman said, holding my arm, Uncle, see, plants are grown on the roof। ਤੇ ਰਸਤੇ ਵਿੱਚ ਚਲਦੇ ਲੰਘਦਿਆਂ ਸੁਖਮਨ ਨੇ ਮੇਰੀ ਬਾਹ ਫੜਦਿਆਂ ਕਿਹਾ, ਚਾਚਾ ਜੀ ਉਹ ਦੇਖੋ ਛੱਤ ਤੇ ਵੀ ਪੌਦੇ ਲਾਏ ਹੋਏ ਨੇ ਲੋਕਾਂ ਨੇ। Who has planted them on the roof? ਕਿਸਨੇ ਲਗਾਏ ਇਹਨਾਂ ਨੂੰ ਛੱਤਾਂ ਤੇ? No, Sukhman, no one planted these plants। Seeds might have reached on the rooftop somehow। ਤੇ ਉਹਨਾਂ ਨੇ ਫਿਰ ਸਮਝਾਇਆ ਵੀ ਪੁੱਤ ਕਿਸੇ ਨੇ ਵੀ ਬੂਟੇ ਛੱਤ ਤੇ ਨਹੀਂ ਲਾਏ, ਇਹ ਬੀਜ ਕਿਸੇ ਤਰ੍ਹਾਂ ਛੱਤ ਤੇ ਪਹੁੰਚ ਗਏ ਹੋਣਗੇ। ਸੁਖਮਨ asked surprisingly, how? ਸੁਖਮਨ ਨੇ ਹੈਰਾਨੀ ਨਾਲ ਪੁੱਛਿਆ, ਹੈ ਆਪੇ ਕਿਵੇਂ ਬੀਜ ਪਹੁੰਚ ਗਏ ਹੋਣਗੇ, ਇਹ ਕਿਵੇਂ ਹੋ ਸਕਦਾ ਹੈ? My son, seeds are carried away from one place to another by many ways। ਬੇਟਾ ਬੀਜ ਇੱਕ ਥਾਂ ਤੋਂ ਦੂਜੇ ਥਾਂ ਕਈ ਤਰੀਕਿਆਂ ਨਾਲ ਪਹੁੰਚ ਜਾਂਦੇ ਨੇ। For example, the birds take fruits to the roof and eat them। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਬਰਡਸ ਹੁੰਦੇ ਨੇ, ਜੋ ਪੰਛੀ ਹੁੰਦੇ ਨੇ, ਉਹ ਫਲਾਂ ਨੂੰ ਛੱਤ ਤੇ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਖਾਂਦੇ ਨੇ। The seeds are left on the roof। ਤੇ ਜਦੋਂ ਖਾ ਲੈਂਦੇ ਨੇ ਤੇ ਬੀਜ ਜਿਹੜੇ ਹੈ ਉਹ ਛੱਤ ਤੇ ਹੀ ਰਹਿ ਜਾਂਦੇ ਨੇ। The seeds of a wild plant, ak, are hairy and are carried by wind from one place to another। ਤੇ ਜੇ ਆਪਾਂ ਗੱਲ ਕਰੀਏ ਇਸ ਜੰਗਲੀ ਬੂਟੇ ਦੀ ਜਿਸ ਦੇ ਬੀਜ ਬਹੁਤ ਜ਼ਿਆਦਾ ਬਾਲਾਂ ਵਾਲੇ ਹੁੰਦੇ ਨੇ, ਇਸ ਤੇ ਬਹੁਤ ਸਾਰੇ ਬਾਲ ਹੁੰਦੇ ਨੇ, ਇਹਦਾ ਨਾਮ ਹੁੰਦਾ ਹੈ ਅੱਕ। ਇਹ ਹਵਾ ਦੁਆਰਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਨੇ ਕਿਉਂਕਿ ਬਹੁਤ ਹਲਕਾ ਜਿਹਾ ਹੁੰਦਾ ਹੈ।
Due to its weight and size, the seeds of Congress grass fly in air and reach different places. ਤੇ ਇਸ ਦੇ ਭਾਰ ਅਤੇ ਆਕਾਰ ਕਾਰਨ ਜਿਹੜਾ ਕਾਂਗਰਸ ਘਾਹ ਦਾ ਬੀਜ ਹੈ ਉਹ ਹਵਾ ਰਾਹੀਂ ਉੱਡ ਕੇ ਵੱਖ-ਵੱਖ ਥਾਵਾਂ ਤੇ ਪਹੁੰਚ ਜਾਂਦਾ ਹੈ। Put kanda and gut patna usually stick to the bodies of animals and reach other places. ਪੁੱਠ ਕਾਂਡਾ ਅਤੇ ਗੁੱਟ ਪਟਨਾ ਆਮ ਤੌਰ ਤੇ ਜਾਨਵਰਾਂ ਦੇ ਸਰੀਰ ਨਾਲ ਚਿਪਕ ਜਾਂਦੇ ਹਨ ਅਤੇ ਜਿੱਥੇ-ਜਿੱਥੇ ਜਾਨਵਰ ਜਾਂਦੇ ਨੇ ਉਹ ਵੀ ਅਨੇਕ ਥਾਵਾਂ ਤੇ ਪੁੱਜ ਜਾਂਦੇ ਨੇ। ਵਾਟਰ ਲਿਲੀ ਐਂਡ ਵਾਟਰ ਹਾਇਸਿੰਥ, ਜਿਹਨੂੰ ਆਪਾਂ ਜਲ ਕੁੰਭੀ ਵੀ ਕਹਿੰਦੇ ਆ, travel through water from one place to another. ਵਾਟਰ ਲਿਲੀ ਜਾਂ ਫਿਰ ਵਾਟਰ ਹਾਇਸਿੰਥ, ਜਿਹਨੂੰ ਆਪਾਂ ਜਲ ਕੁੰਭੀ ਵੀ ਕਹਿੰਦੇ ਹਾਂ, ਉਹ ਪਾਣੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਫ਼ਰ ਕਰ ਲੈਂਦੇ ਨੇ। ਹੁਣ ਇੱਥੇ ਦਿੱਤੀ ਹੋਈ ਹੈ ਐਕਟੀਵਿਟੀ। ਹੁਣੀ ਆਪਾਂ ਪੜਿਆ ਕਿਹੜੇ-ਕਿਹੜੇ ਬੀਜ ਵੱਖ-ਵੱਖ ਤਰੀਕੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਨੇ। With the help of your teacher, make a list of all those seeds that travel from one place to another by any means. ਆਪਣੇ ਅਧਿਆਪਕ ਦੀ ਮਦਦ ਨਾਲ ਉਹਨਾਂ ਸਾਰੇ ਬੀਜਾਂ ਦੀ ਸੂਚੀ ਬਣਾਓ ਜੋ ਕਿਸੇ ਵੀ ਤਰੀਕੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਨੇ। ਇਸ ਦਾ ਆਨਸਰ ਹੈ main modes of seed dispersal include gravity, wind, water and animals. ਬੀਜ ਫੈਲਣ ਜਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਮੁੱਖ ਢੰਗ ਹੈਗੇ ਨੇ ਜਾਂ ਤਾਂ ਗ੍ਰੈਵਿਟੀ, ਹਵਾ, ਪਾਣੀ ਜਾਂ ਫਿਰ ਜਾਨਵਰ। ਜਿਵੇਂ ਕਿ ਆਪਾਂ ਗੱਲ ਕਰੀਏ ਮੈਂਗੋਜ਼ ਜਾਂ ਗੁਆਵਾ ਦੀ, ਉਹਦੇ ਬੀਜ ਜਿਹੜੇ ਹੈਗੇ ਨੇ ਉਹ ਜਾਨਵਰ ਲੈ ਕੇ ਜਾਂਦੇ ਨੇ ਇੱਕ ਥਾਂ ਤੋਂ ਦੂਜੀ ਥਾਂ। ਕੋਕੋਨਟ, ਪਾਮ, ਮੈਂਗਰੂਵ, ਵਾਟਰ ਲਿਲੀ, ਵਾਟਰ ਮਿੰਟ are few examples of plants whose seeds are dispersed by water. ਇਹਨਾਂ ਦੇ ਜਿਹੜੇ ਬੀਜ ਹੈਗੇ ਨੇ ਉਹ ਪਾਣੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ। Seeds from plants like dandelions, swan plants and coconut wood trees are light and have feathery blisters and can be carried long distances by wind. ਤੇ ਇਹਨਾਂ ਪੌਦਿਆਂ ਦੇ ਜਿਹੜੇ ਬੀਜ ਹੁੰਦੇ ਨੇ ਇਹ ਬਹੁਤ ਹਲਕੇ ਹੁੰਦੇ ਨੇ ਤੇ ਹਵਾ ਦੁਆਰਾ ਦੂਰ ਦੂਰ ਤੱਕ ਪਹੁੰਚਾਏ ਜਾ ਸਕਦੇ ਨੇ। ਅੱਗੇ ਹੈ things to remember, ਯਾਦ ਰੱਖਣ ਵਾਲੀਆਂ ਗੱਲਾਂ। Small pieces of potato and sugarcane are planted in the field. ਆਲੂ ਅਤੇ ਗੰਨੇ ਦੇ ਛੋਟੇ-ਛੋਟੇ ਟੁਕੜੇ ਖੇਤਾਂ ਵਿੱਚ ਲਗਾਏ ਜਾਂਦੇ ਨੇ। New plants of ਪਾਥਰਾ ਚਾਟ grow from the leaves of the same plant. ਪਾਥਰਾ ਚਾਟ ਦੇ ਨਵੇਂ ਜਿਹੜੇ ਪੌਦੇ ਹੈ ਉਸ ਦੇ ਪੱਤਿਆਂ ਤੋਂ ਹੀ ਉਗਾਏ ਜਾਂਦੇ ਨੇ। ਸ਼ੱਕਰਕੰਦੀ is planted from the root. ਸ਼ੱਕਰਕੰਦੀ ਜੜ ਤੋਂ ਬੀਜੀ ਜਾਂਦੀ ਹੈ। Air, water and sunlight are required for the germination of seeds. ਬੀਜਾਂ ਦੇ ਉਗਣ ਲਈ ਠੀਕ ਤਰੀਕੇ ਦੇ ਨਾਲ ਹਵਾ, ਪਾਣੀ ਅਤੇ ਸੂਰਜ ਦੀ ਰੋਸ਼ਨੀ ਦੀ ਲੋੜ ਹੁੰਦੀ ਹੈ। Second question है tick the correct answer, सही जवाब ते निशान लाओ। सब तो पहला है from which seed is flour prepared? किस बीज तो आटा तैयार किया जाता है? मस्टर्ड, सरो, wheat, कणक या कोरिएंडर, धनिया। इसका आंसर है wheat. Second, which seed is used as spice? ਕਿਹੜਾ ਬੀਜ ਵਰਤਿਆ ਜਾਂਦਾ ਹੈ ਮਸਾਲਿਆਂ ਦੇ ਤੌਰ ਤੇ? ਟਰਮਰਿਕ, ਹਲਦੀ, ਮੇਜ਼, ਮੱਕੀ ਜਾਂ ਰੂਰਲ ਮਿਲਟਸ, ਬਾਜਰਾ ਜਿਹਨੂੰ ਆਪਾਂ ਕਹੀਦਾ ਪੇਂਡੂ ਬਾਜਰਾ। ਇਸ ਦਾ ਆਨਸਰ ਹੈ ਟਰਮਰਿਕ, ਹਲਦੀ। Which new plant is grown from its leaves? ਕਿਹੜਾ ਨਵਾਂ ਬੂਟਾ ਹੈ ਜੋ ਉਸਦੇ ਪੱਤਿਆਂ ਤੋਂ ਹੀ ਉਗਾਇਆ ਜਾਂਦਾ ਹੈ? ਰੈਡਿਸ਼, ਜਿਹਨੂੰ ਆਪਾਂ ਮੂਲੀ ਕਹੀਦਾ ਹੈ, ਕੌਲੀਫਲਾਵਰ, ਫੁੱਲਗੋਭੀ ਜਾਂ ਸ਼ੱਕਰਕੰਦੀ, ਇਹਨੂੰ ਆਪਾਂ ਕਹਿੰਦੇ ਆ ਸ਼ੱਕਰਕੰਦੀ। Which plant is grown with grafting? grafting ਦੇ ਮਦਦ ਨਾਲ ਕਿਹੜਾ ਪੌਦਾ ਉਗਾਇਆ ਜਾਂਦਾ ਹੈ? ਮੈਰੀਗੋਲਡ, ਰੋਜ਼, ਗੁਲਾਬ ਜਾਂ ਫਿਰ ਪਥਰਾ ਚਾਟ, ਰੋਜ਼। Third question ਹੈ mind mapping, seeds which are used to eat. ਕਿਹੜੇ ਬੀਜ ਹੈਗੇ ਨੇ ਜੋ ਖਾਣ ਦੇ ਤੌਰ ਤੇ ਵਰਤੇ ਜਾਂਦੇ ਨੇ? ਇੱਥੇ ਮੈਂ ਪੂਰੀ ਲਿਸਟ ਲਿਖਤੀ ਹੈ। ਆਲਮੰਡਸ, ਤਿਲ, ਪੀਜ਼, ਅਲਸੀ, ਵਾਟਰਮੈਲਨ ਸੀਡਸ, ਵਾਲਨਟਸ, ਫਲੈਕਸ ਸੀਡਸ, ਚੀਆ, ਪੰਪਕਿਨ, sunflower, hemp seeds
and sesame seeds. आगे चलते हैं. फोर्थ क्वेश्चन है fill in the blanks. खाली थामा पढ़ो. कुछ वर्ड्स दिते हुए ने जिਵੇਂ oil, अक, seed. पहला, dash is prepared from the mustard seeds. Oil, तेल, ਸਰੋਂ ਤੋਂ ਕੱਢਿਆ ਜਾਂਦਾ ਹੈ, ਸਰੋਂ ਦੇ ਬੀਜ ਤੋਂ. Second, the marigold plant is planted by sowing seeds. ਜਿਹੜਾ ਕਿ ਮੈਰੀਗੋਲਡ ਬੂਟਾ ਹੈ ਉਹ ਬੀਜਾਂ ਰਾਹੀਂ ਉਗਾਇਆ ਜਾਂਦਾ ਹੈ. Third, seeds of ack travel in the air from one place to another. ਅੱਕ ਦੇ ਜਿਹੜੇ ਬੀਜ ਹੁੰਦੇ ਉਹ ਬਹੁਤ ਹਲਕੇ ਹੁੰਦੇ ਨੇ, ਉਹ ਹਵਾ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਉੱਡ ਜਾਂਦੇ ਨੇ. Fifth question है tick the right and cross the wrong sentences. सही या गलत का निशान लाओ. पहला, all plants are grown from seeds. सारे पौधे बीजा तो ही उगाए जाते हैं. जी नहीं. Second, small pieces of sugar cane are planted in the fields for the plantation of sugar cane. गन्ने ਨੂੰ ਉਗਾਉਣ ਲਈ ਉਸਦੇ ਛੋਟੇ-ਛੋਟੇ ਟੁਕੜੇ ਖੇਤਾਂ ਵਿੱਚ ਲਾਏ ਜਾਂਦੇ ਹਨ. ਬਿਲਕੁਲ ਠੀਕ. Third, rose is planted with grafting. गुलाब ਨੂੰ grafting ਰਾਹੀਂ ਲਾਇਆ ਜਾਂਦਾ ਹੈ. ਬਿਲਕੁਲ ਠੀਕ. Fourth, the seeds of jeera are used as spice. ਜੀਰੇ ਦੇ ਜਿਹੜੇ ਬੀਜ ਹੁੰਦੇ ਨੇ ਮਸਾਲੇ ਦੇ ਤੌਰ ਤੇ ਵਰਤੇ ਜਾਂਦੇ ਹਨ. ਬਿਲਕੁਲ ਠੀਕ. Fifth, water hyacinth travels through water from one place to another. ਵਾਟਰ ਹਾਈਸਿੰਥ ਪਾਣੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਯਾਤਰਾ ਕਰਦਾ ਹੈ ਜਾਂ ਜਾ ਸਕਦਾ ਹੈ. ਬਿਲਕੁਲ ਠੀਕ. ਸਿਕਸਥ ਕੁਐਸਚਨ ਹੈ ਹਾਊ ਇਜ਼ ਸ਼ੂਗਰਕੇਨ ਪਲਾਂਟਡ. ਗੰਨੇ ਦੀ ਬਿਜਾਈ ਕਿਵੇਂ ਕੀਤੀ ਜਾਂਦੀ ਹੈ. We plant cutting of sugarcane or small pieces of sugarcane called seed cane or cane sets. ਜਿਹੜੇ ਗੰਨੇ ਦੇ ਛੋਟੇ-ਛੋਟੇ ਟੁਕੜੇ ਹੁੰਦੇ ਨੇ ਉਹ ਆਪਾਂ ਉਗਾਉਂਦੇ ਹਾਂ. फिर शुगर केन दी फसल या गन्ने दी फसल सानू मिलती है. Seventh question, how are plants grown in grafting? इत्थे पूछा गया है कि grafting राही पौधे किवें उगाए जाते हैं. In grafting we cut a small size twig from developed part of the plant. ਜਿਹੜਾ ਪੌਦਾ ਉਗਿਆ ਹੋਇਆ ਹੈ ਉਸ ਦੇ ਵਿੱਚੋਂ ਛੋਟਾ ਜਿਹਾ ਹਿੱਸਾ ਆਪਾਂ ਕੱਢ ਲਈਦਾ ਹੈ and then is planted in the ground. ਤੇ ਉਸਨੂੰ ਧਰਤੀ ਤੇ ਉਗਾ ਦਿੱਤਾ ਜਾਂਦਾ ਹੈ. ਇਹ ਵੀ ਹੋ ਸਕਦਾ ਹੈ in grafting the upper part, ਉਤਲਾ ਹਿੱਸਾ ਜਿਹਨੂੰ ਆਪਾਂ ਸਾਇਨ ਕਹਿੰਦੇ ਹਾਂ, of one plant grows on the root system ਜਾਂ root stock of another. ਹੋ ਸਕਦਾ ਦੋ ਵੱਖ-ਵੱਖ plants ਇਕੱਠੇ ਕਰਨੇ ਹੋਣ ਤਾਂ ਇੱਕ ਦਾ ਜਿਹੜਾ ਹਿੱਸਾ ਹੁੰਦਾ ਉਹ ਧਰਤੀ ਦੇ ਵਿੱਚ ਹੁੰਦਾ ਹੈ ਤੇ ਦੂਜੇ plant ਦਾ ਹਿੱਸਾ ਉਹਦੇ ਉੱਤੇ ਲਾ ਕੇ ਬੰਨ ਦਿੱਤਾ ਜਾਂਦਾ ਹੈ. In a few days we get the leaves on it. ਤੇ ਕੁਝ ਦਿਨਾਂ ਬਾਅਦ ਉਸਦੇ ਪੱਤੇ ਆ ਜਾਂਦੇ ਨੇ. Eighth question ਹੈ how does plants grow on the roof? ਬੱਚੋਂ ਇੱਥੇ how does ਨਹੀਂ ਆਏਗਾ, plants how do ਆਏਗਾ. ਇਹ ਗਲਤ ਹੈ. How do plants grow on the roof? ਸਹੀ ਸਵਾਲ ਹੈ ਵੀ ਛੱਤਾਂ ਤੇ ਜਿਹੜੇ ਪੌਦੇ ਹੁੰਦੇ ਉਹ ਕਿਵੇਂ ਉਗ ਜਾਂਦੇ ਨੇ. Whenever plants get enough moisture and sand, they grow well. ਜਿੱਥੇ ਵੀ ਪੌਦਿਆਂ ਨੂੰ ਠੀਕ ਨਮੀ ਤੇ ਰੇਤਾ ਮਿਲ ਜਾਂਦਾ ਹੈ ਉਹ ਚੰਗੀ ਤਰ੍ਹਾਂ ਵੱਧ ਜਾਂਦੇ ਨੇ. The rooftop offers dust, moisture, water from air and seed is carried by the birds. ਛੱਤ ਤੇ ਧੁੱਪ ਵੀ ਹੁੰਦੀ ਹੈ, ਧੂੜ ਹੁੰਦੀ ਹੈ, ਨਮੀ ਹੁੰਦੀ ਹੈ, ਮੀਂਹ ਵੀ ਪਾਣੀ ਦੇ ਤੌਰ ਤੇ ਕੰਮ ਕਰਦਾ ਹੈ ਤੇ ਜਿਹੜੇ ਬੀਜ ਹੁੰਦੇ ਨੇ ਉਹ ਪੰਛੀਆਂ ਦੁਆਰਾ ਲੈ ਕੇ ਆਏ ਜਾਂਦੇ ਨੇ. The seeds are carried by birds that get their food in the form of fruits from a tree and then come and sit on the rooftop. ਜਿਹੜੇ ਪੰਛੀ ਹੁੰਦੇ ਨੇ ਉਹ ਬੀਜ ਕਿਵੇਂ ਲੈ ਕੇ ਆਉਂਦੇ ਨੇ. ਮੰਨ ਲਓ ਕਿਸੇ ਪੌਦੇ ਤੋਂ ਕੋਈ ਫਲ ਤੋੜਿਆ, ਛੱਤ ਤੇ ਆ ਕੇ ਬੈਠ ਕੇ ਉਹਨੂੰ ਖਾ ਰਹੇ ਨੇ ਤੇ ਫਲ ਖਾਣ ਤੋਂ ਬਾਅਦ ਬੀਜ ਉੱਥੇ ਹੀ ਛੱਡ ਜਾਂਦੇ ਨੇ. They leave behind the seeds on the roof. ਬੀਜ ਉੱਥੇ ਹੀ ਰਹਿ ਗਏ. If not the seed, then some excreta of the bird contains the seed and then the seed grows into a plant on the roof. ਮੰਨ ਲਓ ਫਲ ਰਾਹੀਂ ਬੀਜ ਨਹੀਂ ਆਏ ਤਾਂ ਹੋ ਸਕਦਾ ਹੈ ਉਹਨਾਂ ਦੀ ਬਿੱਠ ਦੇ ਵਿੱਚ ਕੋਈ ਨਾ ਕੋਈ ਬੀਜ ਜਾਂ ਉਹਦਾ ਕੋਈ ਅੰਸ਼ ਰਹਿ ਗਿਆ ਹੋਵੇ, ਉਹ ਛੱਤ ਤੇ ਪਿਆ ਰਹਿ ਜਾਂਦਾ ਹੈ. Sometimes the seed is also carried by various other natural agents like wind. ਤੇ ਕਈ ਵਾਰ ਬੀਜ
ਹੋਰ ਕੁਦਰਤੀ ਤਾਕਤਾਂ ਰਾਹੀਂ ਵੀ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ ਜਾਂ ਛੱਤ ਤੇ ਪਹੁੰਚ ਜਾਂਦਾ ਹੈ, ਜਿਵੇਂ ਕਿ ਹਵਾ ਰਾਹੀਂ। Ninth question ਹੈ, what is required for the growth of seeds? ਬੀਜਾਂ ਦੇ ਵਾਧੇ ਲਈ ਜਾਂ ਉਹਨਾਂ ਦੇ ਉਗਣ ਦੇ ਲਈ ਕੀ ਚੀਜ਼ਾਂ ਜ਼ਰੂਰੀ ਹਨ? ਇਸ ਦਾ ਆਨਸਰ ਹੈ all seeds need air, water, right temperature, sunlight and fertile soil for their growth. ਬੀਜਾਂ ਨੂੰ ਉਹਨਾਂ ਦੇ ਵਿਕਾਸ ਦੇ ਲਈ ਹਵਾ, ਪਾਣੀ, ਸਹੀ ਤਾਪਮਾਨ, ਸੂਰਜ ਦੀ ਰੋਸ਼ਨੀ ਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। However, it is to be remembered that some seeds germinate in daylight, whereas some need darkness to germinate. ਹਾਲਾਂਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੁਝ ਬੀਜ ਸੂਰਜ ਦੀ ਰੋਸ਼ਨੀ ਵਿੱਚ ਉਗਦੇ ਨੇ ਤੇ ਕੁਝ ਨੂੰ ਹਨੇਰੇ ਦੀ ਲੋੜ ਹੁੰਦੀ ਹੈ। 10th question, how do the seeds of good patna and put kanda move from one place to other? ਇਹਨਾਂ ਦੋਨਾਂ ਪੌਦਿਆਂ ਦੇ ਜਿਹੜੇ ਬੀਜ ਹੈਗੇ ਨੇ ਉਹ ਜਾਨਵਰਾਂ ਦੀ ਬੋਡੀਜ਼ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਨੇ, ਕਿਉਂਕਿ ਉਹ ਜਾਨਵਰਾਂ ਦੀ ਬੋਡੀ ਜਾਂ ਸਰੀਰ ਦੇ ਨਾਲ ਚਿਪਕ ਜਾਂਦੇ ਨੇ। ਤੇ ਮੈਂ ਉਹੀ ਲਿਖਿਆ ਹੈ, ਉਤਕਾਡਾ ਐਂਡ ਗੁੱਡ ਪਟਨਾ seeds cling ਜਾਂ ਫਿਰ stick to the bodies of the animals and thereby move from one place to another. ਇਹ ਸੀ ਬੱਚਿਓ ਅੱਜ ਦੀ ਕਲਾਸ, ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਆਨੰਦ ਮਾਣਿਆ ਹੋਵੇਗਾ ਤੇ ਬਹੁਤ ਕੁਝ ਸਿੱਖਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ, ਤਦ ਤੱਕ ਟੇਕ ਕੇਅਰ, ਬਾਏ ਬਾਏ।